12 ਭਾਈ ਗੁਰਦਾਸ ਜੀ ਵਾਰ 18ਵੀਂ ਪੌੜੀ 19ਵੀਂ। ਪੌੜੀ ਜਪ ਤਪ ਸੰਜਮ ਲਖ ਲਖ ਹੋਮ ਜਗ ਨਹੀਂ ਵੇਦ ਕਰੋੜੀ ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦ ਮਰੋੜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਜਪ ਤਪ ਸੰਜਮ ਲਖ ਲਖ। ਭਾਈ ਗੁਰਦਾਸ ਜੀ ਇਸ ਪੌੜੀ ਦੇ ਵਿੱਚ ਸੱਚ ਬਾਰੇ ਦੱਸਦੇ ਹਨ। ਜੋ ਸੱਚ ਹੁੰਦਾ ਹੈ, ਸੱਚ ਜੋ ਪਰਮੇਸ਼ਰ ਆਪ ਹੈ। ਜਦੋਂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਕੋਈ ਇਸ ਰਸਤੇ ਨੂੰ ਪਕੜਦਾ ਹੈ, ਰਸਤੇ ਦੇ ਵਿੱਚ ਕੀ ਹੁੰਦਾ ਹੈ, ਜਿਉਂ-ਜਿਉਂ ਉਹ ਇਸ ਰਸਤੇ ਤੇ ਚੱਲਦਾ ਹੈ ਇਹ ਭਟਕ ਜਾਂਦੇ ਹਨ। ਕਿਉਂਕਿ ਜਿਨ੍ਹਾਂ ਕੋਲ ਸੱਚਾ ਗੁਰੂ ਨਹੀਂ ਨਾ ਹੁੰਦਾ, ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਹੁੰਦਾ ਕਿ ਤੂੰ ਕਿੱਧਰ ਤੋਂ ਆਇਆ ਤੇ ਕਿੱਧਰ ਨੂੰ ਜਾ ਰਿਹਾ ਹਾਂ। ਤੇ ਕਈ ਵਾਰ ਤਾਂ ਐਸਾ ਹੁੰਦਾ ਹੈ, ਭਰਮ ਭੁਲੇਖਿਆਂ ਵਿੱਚ ਹੀ ਬੰਦੇ ਫਸ ਜਾਂਦੇ ਹਨ ਤੇ ਉਹਨਾਂ ਨੂੰ ਲੱਗਦਾ ਵੀ ਉਹ ਸੱਚਾ ਰਸਤਾ ਹੈ, ਪਰ ਉਹ ਸੱਚਾ ਨਹੀਂ ਹੁੰਦਾ। ਕਿਉਂਕਿ ਸੱਚ ਨੂੰ ਦੱਸਣ ਵਾਲਾ ਕੇਵਲ ਗੁਰੂ ਚਾਹੀਦਾ ਹੈ, ਗੁਰੂ ਦੀ ਲੋੜ ਹੈ। ਤੇ ਫਿਰ ਸਿੱਖ ਵਾਸਤੇ ਵੀ ਚਾਹੀਦਾ ਵੀ ਗੁਰੂ ਦੀ ਗੱਲ ਮੰਨਣ, ਜਿਵੇਂ ਗੁਰੂ ਦੱਸਦਾ ਹੈ ਉਵੇਂ ਹੀ ਕਰਨਾ ਚਾਹੀਦਾ ਹੈ। ਜਿਵੇਂ ਪੰਕਤੀ ਹੈ, ਕੇਤੇ ਬੰਧਨ ਜੀ ਕੇ, ਕਹਿੰਦੇ ਕਿੰਨੇ ਬੰਧਨ ਹਨ, ਇਹ ਜੀਵ ਦੇ ਕਿੰਨੇ ਬੰਧਨ ਹੁੰਦੇ ਹਨ। ਗੁਰਮੁਖ ਮੋਖ ਦੁਆਰ, ਦੇਖੋ ਗੁਰਮੁਖਾਂ ਨੂੰ ਮੋਖ ਦੁਆਰ ਮਿਲਦਾ ਹੈ। ਜੋ ਗੁਰਮੁਖ ਹਨ, ਜੋ ਗੁਰੂ ਦੇ ਮੁਖ ਦੇ ਉਪਦੇਸ਼ ਨੂੰ ਸੁਣਦੇ ਹਨ, ਮੰਨਦੇ ਹਨ, ਕਹਿੰਦੇ ਉਹਨਾਂ ਵਾਸਤੇ ਤਾਂ ਜਿਹੜਾ ਹਨ ਮੁਕਤੀ ਦਾ ਦਰਵਾਜ਼ਾ ਹੁੰਦਾ ਹੈ। ਕਿਉਂ ਐਸਾ? ਤੇ ਇਹ ਜਿਹੜਾ ਕੈਸਾ ਕਿਵੇਂ ਹੁੰਦਾ ਹੈ? ਕਿਉਂਕਿ ਸੱਚੋ ਔਰੈ ਸਭ ਕੋ, ਸਭ ਕੁਝ ਸੱਚ ਦੇ ਉਰਾਂ ਹੀ ਹੈ, ਹਜੇ ਸੱਚ ਤੱਕ ਪਹੁੰਚਿਆ ਨਹੀਂ। ਸਭ ਕੁਝ ਜਿਹੜਾ ਹਨ ਸੱਚ ਤੋਂ ਪਰੇ ਹੀ ਹੈ, ਹਜੇ ਦੂਰ ਹੈ। ਕਿਉਂਕਿ ਉੱਪਰ ਸੱਚ ਆਚਾਰ, ਕਿਉਂਕਿ ਸੱਚ ਦਾ ਆਚਾਰ, ਸੱਚ ਦਾ ਜਿਹੜਾ ਹੈ ਮੰਨਣਾ, ਸੱਚ ਦਾ ਜਿਹੜਾ ਪ੍ਰੈਕਟੀਕਲ ਰੂਪ ਹੈ, ਇਹ ਸਭ ਤੋਂ ਇੰਪੋਰਟੈਂਟ ਹੈ। ਕਿਉਂਕਿ ਸੱਚ ਜਿਹੜਾ ਹੈ ਇਹ ਸਿਰਫ ਗੱਲਾਂ ਵਾਸਤੇ ਨਹੀਂ ਹੁੰਦਾ। ਕਈ ਲੋਕ ਗਿਆਨ ਨੂੰ ਪ੍ਰਾਪਤ ਕਰਕੇ ਫੋਕਾ ਹੀ ਗਿਆਨ ਮਾਰੀ ਜਾਂਦੇ ਹਨ ਤੇ ਉਹਨਾਂ ਦਾ ਗਿਆਨ ਦੂਜਿਆਂ ਤੇ ਬਹੁਤ ਚੱਲਦਾ ਹੈ, ਆਪਣੇ ਤੇ ਨਹੀਂ ਉਹਨਾਂ ਦਾ ਚੱਲਦਾ ਹੁੰਦਾ। ਸੋ ਐਸੀਆਂ ਜਿਹੜੀਆਂ ਗੱਲਾਂ ਕਰਨੀਆਂ ਹਨ, ਜਿਵੇਂ ਆਪਾਂ ਅੱਜ ਕੱਲ੍ਹ ਫੇਸਬੁੱਕ ਤੇ ਵੀ ਦੇਖਦੇ ਹਾਂ, ਇੰਸਟਾਗ੍ਰਾਮ ਤੇ ਦੇਖਦੇ ਹਾਂ, ਲੋਕੀ ਬੜੇ ਕੋਟ ਪਾਉਂਦੇ ਹਨ। ਇਹ ਕੋਟ ਪਾਤਾ ਜੀ, ਉਹ ਆਪਣੇ ਆਪ ਨੂੰ ਸਿਆਣਾ ਦਿਖਾਉਣ ਵਾਸਤੇ, ਪਰ ਉਹਦੇ ਵਿੱਚ ਕੋਈ ਸਬਸਟੈਂਸ ਨਹੀਂ ਹੁੰਦਾ। ਕਿਉਂਕਿ ਹਰ ਇੱਕ ਇਵੈਂਟ ਨੂੰ ਇੱਕ ਪੱਖ ਤੋਂ ਦੇਖਣਾ ਜਿਹੜਾ ਹੁੰਦਾ ਹੈ ਉਹ ਸੱਚ ਨਹੀਂ ਹੈ। ਕਿਉਂਕਿ ਹਰ ਇੱਕ ਬੰਦਾ ਉਸਨੂੰ ਆਪਣੇ ਪੱਖ ਤੋਂ ਦੇਖਦਾ ਹੈ। ਸੋ ਆਪਣੇ ਪੱਖ ਨੂੰ ਸਿੱਧ ਕਰਨ ਵਾਸਤੇ ਲੋਕ ਕੋਟ ਵਰਤ ਲੈਂਦੇ ਹਨ, ਪਰ ਇਹਨੂੰ ਆਪਾਂ ਜਿਹੜਾ ਹਨ ਕੋਈ ਜਿਹੜਾ ਹਨ ਧਰਮ ਨਹੀਂ ਮੰਨ ਸਕਦੇ। ਕਿਉਂਕਿ ਗੁਰੂ ਦੱਸਣ ਵਾਲਾ ਹੈ, ਕਿਉਂਕਿ ਗੁਰੂ ਹੀ ਦੱਸੇਗਾ ਸੱਚ ਕੀ ਹੈ। ਕਿਉਂਕਿ ਗੁਰੂ ਹੀ ਸੱਚ ਦਾ ਸਰੂਪ ਹੈ, ਗੁਰੂ ਨੂੰ ਹੀ ਗਿਆਨ ਹੈ, ਗੁਰੂ ਹੀ ਜਾਣਦਾ ਹੈ। ਆਪਾਂ ਨਹੀਂ ਜਾਣਦੇ, ਆਪਾਂ ਤਾਂ ਸੱਚ ਉਹਨੂੰ ਮੰਨ ਲੈਂਦੇ ਜਿਹੜਾ ਆਪਣੇ ਕਨਵੀਨੀਅੰਸ ਵਿੱਚ ਆ ਜਾਂਦਾ ਹੈ, ਜਾਂ ਆਪਣੇ ਆਪ ਨੂੰ ਆਪਾਂ ਸੈਟੀਸਫਾਈ ਕਰਦੇ ਹਾਂ ਕੋਈ ਕਰਮ ਕਰਕੇ ਵੀ ਮੈਂ ਕੁਝ ਕਰ ਰਿਹਾ ਹਾਂ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਨੇ ਬਹੁਤ ਕਲੀਅਰਲੀ ਇੰਨੇ ਐਗਜ਼ਾਮਪਲ ਦੇ ਕੇ ਆਪਾਂ ਨੂੰ ਇਹੀ ਗੱਲ ਸਮਝਾ ਰਹੇ ਹਨ। ਜਪ ਤਪ ਸੰਜਮ ਲਖ ਲਖ। ਦੇਖੋ ਲੋਕ ਜਪ ਕਰਦੇ ਹਨ, ਜੋ ਜ਼ਬਾਨ ਦੇ ਨਾਲ ਜਪ ਕਰਨਾ, ਜੋ ਕੋਈ ਮੰਤਰ ਦਾ ਰਟਨ ਕਰਨਾ, ਤਪ ਜਿਹੜਾ ਹੈ ਆਪਣੇ ਸਰੀਰ ਨੂੰ ਦੁੱਖ ਦੇਣਾ, ਆਪਣੇ ਸਰੀਰ ਨੂੰ ਫੋਰਸ ਕਰਨਾ, ਆਪਣੇ ਸਰੀਰ ਦੇ ਜਿਹੜੇ ਹਨ ਬਲ ਨੂੰ ਚੈਲੰਜ ਕਰਕੇ ਉਸ ਦੇ ਨਾਲ ਜਿਹੜਾ ਹੈ ਆਪਣੇ ਜਿਹੜੀ ਹਨ ਕੋਈ ਜਿਹੜੀ ਹਨ ਕੀਤੀ ਹੋਈ ਪ੍ਰਤੀਗਿਆ ਨੂੰ ਪੂਰੀ ਕਰਨਾ, ਸੰਜਮ ਰੱਖਣੇ ਵੀ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਤੇ ਇਹ ਸੰਜਮ ਜਿਹੜੇ ਲੋਕ ਰੱਖਦੇ ਹਨ। ਤੇ ਭਾਈ ਗੁਰਦਾਸ ਜੀ ਕਹਿੰਦੇ ਇੱਥੇ ਲੱਖਾਂ ਹੀ ਹਨ ਐਸੇ। ਹੋਮ ਜਗ ਨਹੀਂ ਵੇਦ ਕਰੋੜੀ। ਦੇਖੋ ਕਈ ਲੋਕ ਹੋਮ ਕਰਦੇ ਨੇ, ਜਿਹੜੇ ਹਨ ਹੋਮ ਕੀ ਹੁੰਦਾ ਹੈ, ਆਪਣੇ ਦੇਵਤਿਆਂ ਦੀ ਪੂਜਾ ਹੁੰਦੀ ਹੈ। ਉਸ ਪੂਜਾ ਦੇ ਵਿੱਚ ਲੋਕ ਕੀ ਕਰਦੇ ਹਨ, ਆਪਣੇ ਦੇਵਤੇ ਨੂੰ ਜਿਹੜਾ ਹਨ ਭੇਟਾ ਦਿੰਦੇ ਹਨ। ਜਿਵੇਂ ਅੱਗ ਦੇਵਤੇ ਨੂੰ ਲੋਕ ਜਿਹੜੇ ਹਨ ਘਿਓ ਪਾਉਂਦੇ ਹਨ, ਉਹਦੇ ਵਿੱਚ ਚੌਲ ਸਿੱਟਦੇ ਹਨ, ਇਹ ਹੋਮ ਹੈ। ਯੱਗ ਕਰਨਾ ਜਿਹੜਾ ਹੈ ਲੋਕਾਂ ਨੂੰ ਭਾਵੇਂ ਜਿਹੜਾ ਹੈ ਉਸ ਦੇ ਨਾਲ ਯੱਗ ਕਰਕੇ ਲੋਕਾਂ ਨੂੰ ਲੰਗਰ ਛਕਾਉਣੇ ਹਨ। ਤਾਂ ਇਹ ਜਿਹੜਾ ਹੈ ਨਾ, ਹੁਣ ਦੇਖੋ ਲੰਗਰ ਛਕਾਉਣੇ ਜਿਹੜੇ ਹਨ ਇਹ ਗੁਰੂ ਘਰ ਦੇ ਵਿੱਚ ਹੁੰਦੇ ਹਨ, ਕਿਉਂਕਿ ਉਹ ਲੰਗਰ ਗੁਰੂ ਨਾਨਕ ਦਾ ਹੈ, ਉਹ ਕਿਸੇ ਦਾ ਨਹੀਂ ਹੁੰਦਾ। ਤੇ ਜਿਹੜੇ ਯੱਗ ਕਰਨਾ ਹੁੰਦਾ ਉਹ ਆਪਣੀ ਪ੍ਰਤਿਸ਼ਠਾ ਨੂੰ ਦਿਖਾਉਣ ਵਾਸਤੇ ਵੀ ਇਹ ਵੱਡੇ ਯੱਗ ਕਰ ਲੈਣੇ ਨਹੀਂ। ਵੇਦ ਜਿਹੜਾ ਹੁੰਦਾ ਆਪਣੇ ਠਾਕੁਰ ਨੂੰ ਭੋਗ ਲਗਾਉਣੇ। ਸੋ ਇਹ ਜਿਹੜਾ ਹੈ ਕਿਸੇ ਦਾ ਕੋਈ ਠਾਕੁਰ ਆ, ਕਿਸੇ ਦਾ ਕੋਈ ਠਾਕੁਰ ਹੈ। ਸੋ ਇਉਂ ਕਰਕੇ ਇਹ ਕਰੋੜਾਂ ਹੀ ਐਸੇ ਕਰਮ ਹਨ। ਵਰਤ ਨੇਮ ਸੰਜਮ ਘਣੇ। ਫੇਰ ਲੋਕ ਵਰਤ ਰੱਖਦੇ ਹਨ, ਜਿਵੇਂ ਰੋਜ਼ੇ ਰੱਖਦੇ ਹਨ ਰਮਜ਼ਾਨ ਦੇ ਵਿੱਚ। ਤਾਂ ਹੋਰ ਵੀ ਬੜੇ ਐਸੇ ਜਿਹੜੇ ਹਨ ਵਰਤ ਰੱਖਦੇ ਹਨ ਵੀ ਮੰਗਲਵਾਰ ਨੂੰ ਇਹ ਨਹੀਂ ਖਾਣਾ, ਉਹ ਨਹੀਂ ਖਾਣਾ, ਇਹ ਦਿਨ ਜੋ ਵੀਰ
ਵੀਰਵਾਰ ਨੂੰ ਇਹ ਨਹੀਂ ਖਾਣਾ। ਸੋ ਐਸੇ ਵਰਤ ਲੋਕ ਬਹੁਤ ਰੱਖਦੇ ਹਨ। ਫਿਰ ਨੇਮ ਰੱਖਦੇ ਹਨ ਵੀ ਮੈਂ ਜਿਹੜਾ ਹੈ ਵੀ ਇੰਨੇ ਸਾਲ ਮੈਂ ਬਤਾਊ ਨਹੀਂ ਖਾਣਾ, ਮੈਂ ਇਹ ਚੌਲ ਨਹੀਂ ਖਾਣੇ, ਇਹ ਜਿਹੜਾ ਹਨ ਨੇਮ ਰੱਖ ਲੈਣੇ ਵੀ ਮੈਂ ਐਸਾ ਨੇਮ ਨੂੰ ਪੂਰਾ ਕਰਨਾ ਹੈ। ਇਹ ਸਾਰੇ ਜਿੰਨੇ ਵੀ ਜਿਹੜੇ ਕਰਮ ਹਨ ਫਿਰ ਸੰਜਮ ਘਣੇ ਕਿ ਲੋਕ ਸੰਜਮ ਕਰਦੇ ਹਨ ਵੀ ਇੰਨੇ ਕੁ ਸਮੇਂ ਤੱਕ ਮੈਂ ਐਸਾ ਹੋਣਾ। ਕਈ ਲੋਕ ਵੈਜੀਟੇਰੀਅਨ ਹੁੰਦੇ ਨੇ, ਮੈਂ 40 ਦਿਨ ਜੀ ਮੈਂ ਸੰਜਮ ਰੱਖਣਾ, ਮੈਂ ਵੈਜੀਟੇਰੀਅਨ ਬਣਨਾ ਹੈ। ਸੋ ਐਸੇ ਘਣੇ ਬਹੁਤ ਸਾਰੇ ਐਸੇ ਪ੍ਰੈਕਟਿਸਸ ਲੋਕ ਕਰਦੇ ਹਨ। ਕਰਮ ਧਰਮ ਲੱਖ ਤੰਦ ਮਰੋੜੀ। ਫਿਰ ਕਈ ਲੋਕ ਕਰਮਾਂ ਵਿੱਚ ਫਸ ਜਾਂਦੇ ਹਨ। ਉਹ ਤਰ੍ਹਾਂ ਤਰ੍ਹਾਂ ਦੇ ਕਰਮ ਕਰਦੇ ਹਨ, ਡੀਡਸ ਕਰਦੇ ਹਨ ਤੇ ਜਿਹੜੇ ਹਨ ਫਿਰ ਧਰਮ ਨੂੰ ਜਿਹੜਾ ਹਨ ਧਰਮ ਨੂੰ ਕਹਿੰਦੇ ਅਸੀਂ ਮੰਨਦੇ ਹਾਂ। ਉਹ ਧਰਮ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕਾਰਜ ਉਹ ਕਰਦੇ ਹਨ ਵੀ ਸਾਡਾ ਧਰਮ ਇਹ ਹੈ, ਅਸੀਂ ਇਹ ਕਰਨਾ ਉਹ ਕਰਨਾ। ਤੇ ਦੇਖੋ ਨਾ ਹਰ ਇੱਕ ਧਰਮ ਦੀ ਪ੍ਰੈਕਟਿਸ ਜਿਹੜੀ ਹੈ ਡਿਫਰੈਂਟ ਹੋ ਜਾਂਦੀ ਹੈ। ਫਿਰ ਉਹਦੇ ਵਿੱਚ ਝਗੜੇ ਲੜਾਈਆਂ ਵੀ ਪੈ ਜਾਂਦੇ ਹਨ। ਸੋ ਕਹਿੰਦੇ ਇਹ ਲੱਖਾਂ ਹੀ ਹਨ। ਫਿਰ ਐਸਾ ਤੰਦ ਮਰੋੜੀ ਲੋਕ ਕਈ ਜਾਦੂ ਟੂਣੀਆਂ ਵਿੱਚ ਫਸ ਜਾਂਦੇ ਹਨ, ਬਲੈਕ ਮੈਜਿਕ ਵਿੱਚ ਫਸ ਜਾਂਦੇ ਹਨ, ਚਾਮ ਕਰਨ ਲੱਗ ਜਾਂਦੇ ਇੱਕ ਦੂਜੇ ਨੂੰ, ਇਹੀ ਗੱਲਾਂ ਵਿੱਚ ਫਸ ਜਾਂਦੇ ਹਨ। ਐਸੇ ਵੀ ਕਰੋੜਾਂ ਹੀ ਹਨ। ਤੀਰਥ ਪੁਰਬ ਸੰਜੋਗ ਲੱਖ। ਫਿਰ ਦੇਖੋ ਗੁਰੂ ਦੇ ਨਾਂ ਹੋਣ ਕਰਕੇ ਲੋਕ ਤੀਰਥਾਂ ਤੇ ਭੜਕਦੇ ਫਿਰਦੇ ਹਨ। ਫਿਰ ਤੀਰਥਾਂ ਤੇ ਜਾ ਕੇ ਪੁਰਬ ਜੋ ਕੋਈ ਖਾਸ ਦਿਨ ਹੁੰਦਾ ਹੈ, ਜਿਵੇਂ ਜਿਹੜਾ ਹਨ ਜਿੱਦਾਂ ਰਾਮਚੰਦਰ ਜੀ ਨੇ ਇੱਥੇ ਜਿਹੜਾ ਹਨ ਉਹਨਾਂ ਨੇ ਜਨਮ ਲਿਆ, ਉਹ ਦਿਨ ਨੂੰ ਮਨਾ ਲਿਆ, ਇਹਦੇ ਦਿਨ ਨੂੰ ਮਨਾ ਲਿਆ, ਉਹ ਦਿਨ ਇਹ ਪੁਰਬ। ਸੋ ਉਹ ਵੀ ਜਿਹੜਾ ਹਨ ਖਾਸ ਕਰਕੇ ਉਹੀ ਤੀਰਥ ਤੇ ਜਾਣਾ, ਉਹੀ ਦਿਨ ਤੇ ਜਾਣਾ। ਸੋ ਜਿਸ ਵੇਲੇ ਕੋਈ ਦੇਵਤਿਆਂ ਦਾ ਜਦੋਂ ਲੜਾਈ ਹੁੰਦੀ ਸੀ ਦੈਂਤਾਂ ਦਾ, ਕੋਈ ਸ਼ਿਵ ਜੀ ਦਾ ਮੰਦਿਰ ਬਣਿਆ ਜਿੱਥੇ ਉਹਨਾਂ ਦਾ ਸਿਰ ਡਿੱਗਿਆ ਜਾਂ ਉਹਨਾਂ ਦਾ ਕੁਝ ਹੋਇਆ, ਉਹਨਾਂ ਦਾ ਕੋਈ ਸਰੀਰ ਦਾ ਹਿੱਸਾ ਉੱਤੇ ਆਇਆ, ਤਾਂ ਉੱਥੇ ਵੀ ਜਿਹੜੇ ਮੰਦਿਰ ਬਣ ਜਾਂਦੇ ਤੇ ਉਹੀ ਪਾਰਟਿਕੂਲਰ ਦਿਨ ਨੂੰ ਜਾ ਕੇ ਲੋਕ ਉੱਥੇ ਪੂਜਾ ਕਰਦੇ, ਉਹਨੂੰ ਪੁਰਬ ਕਹਿੰਦੇ ਹਾਂ। ਸੋ ਇਸ ਤਰ੍ਹਾਂ ਕਰਕੇ ਤੀਰਥਾਂ ਤੇ ਪੁਰਬਾਂ ਤੇ ਇੱਥੇ ਜਾ ਕੇ ਆਪਣਾ ਸੰਜੋਗ ਕਰਦੇ ਹਨ, ਮਿਲਦੇ ਹਨ। ਉੱਥੇ ਮੇਲ ਵੱਡੇ ਜਿਹੜੇ ਹਨ ਮੇਲੇ ਹੁੰਦੇ ਹਨ। ਪੁੰਨ ਦਾਨ ਉਪਕਾਰ ਨਾ ਓੜੀ। ਦੇਖੋ ਕਹਿੰਦੇ ਫਿਰ ਕਈ ਲੋਕ ਪੁੰਨ ਦਾਨ ਕਰਦੇ ਹਨ, ਪੁੰਨ ਕਰਦੇ ਹਨ। ਸੋ ਪੁੰਨ ਕਰਨਾ, ਕਿਸੇ ਦਾ ਭਲਾ ਕਰਨਾ, ਉਹ ਕਾਰਜ ਕਰਨਾ ਜਿਹਦੇ ਕਰਕੇ ਦੂਸਰੇ ਦਾ ਭਲਾ ਹੋਵੇ। ਤੇ ਦੂਜਾ ਹੁੰਦਾ ਹੈ ਦਾਨ, ਜਿਹੜਾ ਫਿਜ਼ੀਕਲੀ ਕੋਈ ਚੀਜ਼ ਦੇਣੀ, ਕੋਈ ਜਿਹੜਾ ਹਨ ਉਸਨੂੰ ਦੇਣਾ। ਸੋ ਉਹ ਵੀ ਮੰਨ ਲੈਂਦੇ ਹਨ। ਸੋ ਇਹ ਉਪਕਾਰ, ਸੋ ਕਈ ਲੋਕ ਉਪਕਾਰ ਕਰਦੇ ਹਨ। ਕਈ ਜਿਹੜੇ ਹਨ ਫਾਊਂਡੇਸ਼ਨਸ ਬਣਾ ਲੈਂਦੇ ਹਨ ਜੀ ਅਸੀਂ ਇਹ ਲੋਕਾਂ ਦਾ ਭਲਾ ਕਰਨਾ, ਇਹ ਕਰਨਾ ਉਹ ਕਰਨਾ। ਕੋਈ ਅੰਤ ਨਹੀਂ ਇਹ ਚੀਜ਼ਾਂ ਦਾ, ਇੰਨੇ ਲੋਕ ਕਰਦੇ ਹਨ। ਪਰ ਦੇਖੋ ਕਿੰਨਿਆਂ ਦਾ ਭਾਜ ਖੁੱਲਿਆ ਹੈ ਅੱਜ ਤੱਕ, ਕਿੰਨੇ ਨਿਊਜ਼ ਆਉਂਦੇ ਨੇ, ਲੋਕ ਦਿਖਾਉਂਦੇ ਨੇ ਵੀ ਫਾਊਂਡੇਸ਼ਨ ਆ ਜੀ, ਅਸੀਂ ਵੋਲੰਟੀਅਰੀ ਆ ਕਰਦੇ ਹਾਂ, ਪਰ ਉਹਦੇ ਵਿੱਚ ਮਤਲਬ ਕੁਝ ਹੋਰ ਹੀ ਨਿਕਲ ਆਉਂਦਾ ਹੈ, ਉਹ ਹੋਰੇ ਕੁਝ ਕਰਦੇ ਹੁੰਦੇ ਨੇ ਪਿੱਛੇ। ਸੋ ਐਸੇ ਜਿਹੜੇ ਭਾਜ ਸਕੈਂਡਲਸ ਜਿਹੜੇ ਹਨ ਬਹੁਤ ਖੁੱਲਦੇ ਹਨ। ਦੇਵੀ ਦੇਵ ਸਰੇਵਣੇ। ਫਿਰ ਦੇਖੋ ਦੇਵੀ ਹੋਈ, ਕੋਈ ਦੇਵੀ ਦੀ ਪੂਜਾ ਕਰਦਾ ਹੈ, ਕੋਈ ਦੇਵਤੇ ਦੀ ਪੂਜਾ ਕਰਦਾ ਹੈ। ਸਰੇਵਣੇ ਉਹਨਾਂ ਦੀ ਸੇਵਾ ਵਿੱਚ ਲੱਗ ਕੇ ਉਹਨਾਂ ਦਾ ਪ੍ਰਚਾਰ ਕਰਦੇ ਹਨ। ਵਰ ਸਰਾਪ ਲੱਖ ਜੋੜ ਵਿਛੋੜੀ। ਦੇਖੋ ਫਿਰ ਉਹਨਾਂ ਦੇ ਵਿੱਚ ਕੀ ਚੱਲਦਾ ਹੈ, ਕਈਆਂ ਨੂੰ ਵਰ ਮਿਲ ਜਾਂਦਾ, ਕਈਆਂ ਨੂੰ ਸਰਾਪ ਮਿਲ ਜਾਂਦਾ ਹੈ, ਕਈਆਂ ਨੂੰ ਗੁਣ ਮਿਲ ਜਾਂਦਾ, ਕਈਆਂ ਨੂੰ ਕਈ ਕਰਸ ਹੋ ਜਾਂਦੇ ਹਨ। ਸੋ ਐਸਾ ਜਿਹੜਾ ਉਹਨਾਂ ਵਿੱਚ ਚੱਲਦਾ ਹੀ ਰਹਿੰਦਾ ਹੈ। ਸੋ ਕਈਆਂ ਦਾ ਮੇਲ ਹੋ ਜਾਂਦਾ, ਕਈ ਵਿਛੜ ਜਾਂਦੇ ਹਨ। ਐਸੇ ਕਿੰਨੀਆਂ ਹੀ ਸਾਖੀਆਂ ਹਨ ਜਿਨ੍ਹਾਂ ਨੂੰ ਜਿਹੜਾ ਹਨ ਸਵਰਗਾਂ ਦੇ ਵਿੱਚੋਂ ਸਿੱਟਿਆ ਜਾਂਦਾ ਧਰਤੀ ਤੇ ਸ਼ਰਾਪ ਦੇ ਕੇ, ਫਿਰ ਉਹਨਾਂ ਦੀ ਮੁਕਤੀ ਹੁੰਦੀ ਆ, ਵਾਪਸ ਜਾਂਦੇ ਨੇ। ਸੋ ਕਹਿੰਦੇ ਦੇਖੋ ਨਾ ਇਹ ਦੇਵੀ ਦੇਵਤਿਆਂ ਦੀ ਜਿਹੜੀ ਪੂਜਾ ਕਰਨ ਵਾਲੇ ਬੰਦੇ ਹੁੰਦੇ ਨੇ ਨਾ, ਸੋ ਇਹ ਜਿਹੜੇ ਹੁੰਦੇ ਨੇ ਜਿਹੜੇ ਵਰ ਤੇ ਸਰਾਪ ਵਾਲੇ, ਇਹ ਜੋ ਵੀ ਕਾਰਜ ਕਰਦੇ ਨਾ ਮਤਲਬ ਹੁੰਦਾ ਇਹਨਾਂ ਦਾ, ਇਹਨਾਂ ਨੇ ਕੁਝ ਕੁ ਪ੍ਰਾਪਤੀ ਕਰਨੀ ਹੁੰਦੀ ਆ ਤਾਂ ਇਹ ਕਰਦੇ ਹਨ। ਇਹਨਾਂ ਦੇ ਵਿੱਚ ਕੋਈ ਸੱਚ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਮਤਲਬ ਹੁੰਦਾ ਹੈ ਆਪਣਾ ਹੀ। ਸੋ ਇਸ ਕਰਕੇ ਜਿੰਨੇ ਵੀ ਕਾਰਜ ਲੋਕ ਕਰਦੇ ਹਨ ਨਾ ਆਪਣਾ ਮਤਲਬ ਰੱਖ ਕੇ, ਪਰ ਦੁਨੀਆ ਨੂੰ ਹੋਰ ਤਰ੍ਹਾਂ ਦਿਖਾ ਕੇ, ਕਪਟ ਕਰਕੇ, ਇਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਪਿੱਛੇ ਹੀ ਰਹਿ ਜਾਂਦੀਆਂ ਹਨ। ਦਰਸ਼ਨ ਵਰਨ ਅਵਰਨ ਲੱਖ। ਦੇਖੋ ਫਿਰ ਜਿਹੜੇ ਹਨ 6 ਦਰਸ਼ਨ ਹੁੰਦੇ ਨੇ। ਫਿਰ ਵਰਨ, ਇਹ ਵੱਡਾ ਇਹ ਚੰਗਾ ਵਰਨ ਹੈ, ਇਹ ਛੋਟਾ ਵਰਨ ਹੈ। ਕਈ ਅਵਰਨ ਨੇ ਛੋਟੇ ਜਿਹੜੇ ਸ਼ੂਦਰ ਲੋਕ ਹਨ, ਕਹਿੰਦੇ ਲੱਖਾਂ ਹੀ ਹਨ। ਐਸੇ ਪ੍ਰੈਕਟਿਸਸ ਹਨ ਵੀ ਜਿਹੜਾ ਹੈ ਬ੍ਰਾਹਮਣ, ਉਹਦੇ 6 ਕਰਮ ਹਨ, ਉਹਨੇ ਇਹ ਕਾਰਜ ਕਰਨੇ ਹਨ। ਖੱਤਰੀਆਂ ਦਾ ਇਹ ਕਾਰਜ ਹੈ, ਵੈਸ਼ਾਂ ਦਾ ਇਹ ਹੈ, ਸ਼ੂਦਰਾਂ ਦਾ ਇਹ ਹੈ। ਐਸੇ ਲੱਖਾਂ ਲੋਕਾਂ ਨੂੰ ਜਿਹੜਾ ਹਨ ਕਰੋੜਾਂ ਬੰਦਿਆਂ ਦੇ ਵਿੱਚ ਉਹਨਾਂ ਨੂੰ ਵੰਡ ਕਰਕੇ ਉਹਨਾਂ ਦੇ ਵਿੱਚ ਐਸੇ ਜਿਹੜੇ ਕਰਮ ਪਾਏ ਹੋਏ ਹਨ। ਪੂਜਾ ਅਰਚਾ ਬੰਧਨ ਤੋੜੀ। ਦੇਖੋ ਫਿਰ ਪੂਜਾ ਕਰਦੇ ਨੇ,
ਪੂਜਾ ਕਰਦੇ ਨੇ, ਫੁੱਲਾਂ ਦੀ ਕਰਦੇ ਨੇ, ਕੋਈ ਕੇਸਰ ਦੀ ਕਰਦਾ ਹੈ, ਕੋਈ ਚੰਦਨ ਛਿੜਕਦਾ ਹੈ, ਕਿੰਨੇ ਤਰ੍ਹਾਂ ਦੀ ਪੂਜਾ, ਕੋਈ ਪਾਣੀ ਦੀ ਪੂਜਾ ਕਰਦਾ, ਕੋਈ ਅੱਗ ਦੀ ਕਰਦਾ ਹੈ। ਕਹਿੰਦੇ ਐਸਾ ਜਿਹੜਾ ਅਰਚਾ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਜਿਹੜੀਆਂ ਹੁੰਦੀਆਂ ਨੇ, ਫ੍ਰੈਗਨੈਂਸ ਹੁੰਦੀਆਂ ਨੇ, ਉਹਦੇ ਨਾਲ ਪੂਜਾ ਕਰਦੇ ਨੇ। ਫਿਰ ਵਾਰ-ਵਾਰ ਜਿਹੜੇ ਹਨ ਡੰਡੌਤ ਕਰਦੇ ਨੇ, ਜਿਹੜਾ ਹਨ ਸੋ ਡੰਡੌਤ ਕਰਦੇ ਹਨ। ਕਈ ਜਿਹੜੇ ਹਨ 8 ਅੰਗ ਲਾਉਂਦੇ ਹਨ, ਕਈ ਜਿਹੜਾ ਪੂਰਾ ਸਰੀਰ ਡੰਡੇ ਵੱਤ ਲੰਮਾ ਪਾ ਕੇ ਐਸਾ ਕਰਦੇ ਹਨ। ਸੋ ਐਸਾ ਜਿਹੜੀਆਂ ਹਨ ਇਹ ਸਾਰੇ ਜਿਹੜੇ ਰਿਵਾਜ ਜਿਹੜੇ ਲੋਕ ਕਰਦੇ ਹਨ ਆਪਣੇ ਆਪ ਦੀ ਕੋਈ ਪ੍ਰਾਪਤੀ ਵਾਸਤੇ ਤੇ ਦੁਨੀਆ ਨੂੰ ਦਿਖਾਉਣ ਵਾਸਤੇ। ਲੋਕ ਵੇਦ ਗੁਣ ਗਿਆਨ ਲੱਖ। ਦੇਖੋ ਹੁਣ ਗਿਆਨ ਦੀ ਕਿਹੜੀ ਗੱਲ ਕਰਨੀ ਹੈ। ਕਹਿੰਦੇ ਇੱਕ ਲੋਕ ਗਿਆਨ ਹੁੰਦਾ ਹੈ ਜਦੋਂ ਜਿਹੜਾ ਕਿ ਆਪਾਂ ਦੇਖਾ ਦੇਖੀ ਲੋਕਾਂ ਤੋਂ ਸਿੱਖ ਲੈਂਦੇ ਹਾਂ, ਜੋ ਪ੍ਰੈਕਟਿਸ ਹੁੰਦੀ ਹੈ ਦੁਨੀਆ ਦੀ। ਲੋਕ ਗਿਆਨ ਉਹ ਵੀ ਹੈ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਜਿਹੜਾ ਲਾਅ ਬਣਾ ਕੇ ਲੋਕੀ ਜਿਹੜੇ ਹਨ ਇਨਫੋਰਸ ਕਰਦੇ ਹਨ। ਸੋ ਉਹ ਲੋਕ ਗਿਆਨ ਹੋ ਜਾਂਦਾ ਵੀ ਇਹ ਕਰ ਸਕਦੇ, ਇਹ ਨਹੀਂ ਕਰ ਸਕਦੇ, ਤੇ ਇਹ ਚੀਜ਼ ਨੂੰ ਲੋਕ ਇਸ ਤਰ੍ਹਾਂ ਕਰਦੇ ਹਨ, ਇਸ ਤਰ੍ਹਾਂ ਕਰਦੇ ਹਨ। ਇਹ ਲੋਕ ਗਿਆਨ ਅੱਜ ਕੱਲ੍ਹ ਦੀ ਦੁਨੀਆ ਵਿੱਚ ਤੁਸੀਂ YouTube 'ਚ ਬਹੁਤ ਸਿੱਖ ਸਕਦੇ ਹੋ। ਕਈ ਕਹਿੰਦਾ ਜੀ ਤੁਸੀਂ ਭਾਜੀ ਇਸ ਤਰ੍ਹਾਂ ਬਣਾ ਲਓ, ਕੋਈ ਕਹਿੰਦਾ ਜੀ ਇਹ ਕਾਰਜ ਕਰਨਾ ਇਸ ਤਰ੍ਹਾਂ ਕਰ ਲਓ। ਇਹ ਸਾਰਾ ਲੋਕ ਗਿਆਨ ਹੈ। ਕਹਿੰਦੇ ਦੂਜਾ ਵੇਦ ਗਿਆਨ ਹੁੰਦਾ ਹੈ, ਜੋ ਵੇਦਾਂ ਵਿੱਚ ਲਿਖਿਆ ਹੋਇਆ ਗਿਆਨ ਹੁੰਦਾ ਹੈ, ਜਿਹੜਾ ਗਿਆਨ ਨੂੰ ਪੜ੍ਹ ਕੇ ਤੇ ਉਹਨੂੰ ਬੜੀ ਜਿਹੜੇ ਹਨ ਹਿੰਮਤ ਦੇ ਨਾਲ, ਬੜੀ ਜਿਹੜੇ ਹਨ ਕੋਸ਼ਿਸ਼ ਦੇ ਨਾਲ ਸਮਝਣਾ ਪੈਂਦਾ ਹੈ। ਜੋਗ ਭੋਗ ਲੱਖ ਝਾੜ ਪਛੋੜੀ। ਦੇਖੋ ਫਿਰ ਜੋਗ, ਕਈ ਜੋਗ ਕਰਦੇ ਨੇ, ਕਈ ਯੋਗਾ ਅਭਿਆਸ ਕਰਦੇ ਨੇ। ਕਈ ਲੋਕ ਅੱਜ ਕੱਲ੍ਹ ਜਿਹੜਾ ਹਨ ਐਂਟਰਟੇਨਮੈਂਟ ਵਾਸਤੇ ਯੋਗਾ ਕਰਨ ਲੱਗ, ਯੋਗਾ ਸੈਂਟਰ ਬਣ ਗਏ। ਕਈ ਹੈਲਥ ਵਾਸਤੇ ਕਰਦੇ ਹਨ, ਕਈ ਐਂਟਰਟੇਨਮੈਂਟ ਵਾਸਤੇ ਕਰਦੇ ਹਨ। ਸੋ ਐਸਾ ਜਿਹੜਾ ਯੋਗ ਜਿਹੜੇ ਹਨ ਸੋ ਭੋਗ ਕਰਨੇ, ਸੋ ਜਿਹੜੇ ਹਨ ਕੰਜ਼ੰਪਸ਼ਨ ਕਰਨਾ ਜਾਂ ਆਪਣੇ ਸਰੀਰ ਦੀ ਲੋੜ ਪੂਰੀ ਕਰਨੀ, ਉਹਨੂੰ ਭੋਗ ਕਹਿੰਦੇ ਹਾਂ। ਐਸੇ ਹੀ ਲੱਖ ਹਨ। ਫਿਰ ਜਿਹੜੇ ਹਨ ਝਾੜ ਪਛੋੜੀ, ਕਹਿੰਦੇ ਫਿਰ ਕਈ ਜਿਹੜੇ ਹਨ ਝਾੜੇ ਕਰਨੇ, ਫੂਕਣਾ, ਜੋ ਕਿਸੇ ਦੇ ਉੱਤੇ ਜਿਹੜਾ ਭੂਤ ਚੜ ਗਿਆ, ਇਹ ਕਰਤਾ, ਇਹਦਾ ਕਰਤਾ। ਇਹ ਜਿਹੜੇ ਸਾਰੇ ਝਾੜ ਪਛਾੜ ਜਿਹੜੇ ਲੋਕ ਕਰਦੇ ਹਨ ਸਾਰੇ। ਸੱਚੋ ਔਰ ਸਭ ਕਿਹੋ। ਪਰ ਇੱਕ ਗੱਲ ਹੈ, ਭਾਈ ਗੁਰਦਾਸ ਜੀ ਇੱਥੇ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਗੁਰਮਤ ਦੇ ਵਿੱਚ ਨਾ, ਕਹਿੰਦੇ ਇਹ ਸਾਰੇ ਜਿੰਨੇ ਵੀ ਕਰਮ ਉੱਤੇ ਦੱਸੇ ਹੋਏ ਨਾ, ਭਾਵੇਂ ਲੋਕ ਆਪਣੇ ਆਪ ਨੂੰ ਧਰਮੀ ਕਹਿ ਕੇ ਕਰਦੇ ਹਨ, ਕਹਿੰਦੇ ਅਸੀਂ ਧਰਮ ਦੇ ਫੋਲੋ ਕਰਦੇ ਹਨ, ਇਹ ਸਾਡੇ ਜਿਹੜੇ ਰੀਤੀ ਰਿਵਾਜ ਹਨ, ਇਹ ਕਰਮ ਸਾਨੂੰ ਦੱਸੇ ਹੋਏ ਹਨ, ਸਾਡੇ ਵੱਡੇ ਬਜ਼ੁਰਗ ਇਹ ਕਰਿਆ ਕਰਦੇ ਸਨ। ਐਸੀਆਂ ਗੱਲਾਂ ਲੋਕ ਬਹੁਤ ਕਰਦੇ ਨੇ। ਭਾਈ ਗੁਰਦਾਸ ਨੇ ਇੱਕ ਗੱਲ ਸਮਝਾਈ ਇੱਥੇ, ਕਹਿੰਦੇ ਦੇਖੋ ਸੱਚੋ ਕਹਿੰਦੇ ਸੱਚ ਤੋਂ ਉਰੈ, ਸੱਚ ਤੋਂ ਉਰਾ ਹੀ ਹੈ ਸਭ ਕੁਝ, ਹਜੇ ਸੱਚ ਤੱਕ ਨਹੀਂ ਪਹੁੰਚਿਆ। ਕਿਉਂਕਿ ਇੱਥੇ ਡਿਟਰਮੀਨੇਸ਼ਨ ਜਿਹੜਾ ਹੁੰਦਾ ਹੈ ਜਾਂ ਜਿਹੜੀ ਕੋਸ਼ਿਸ਼ ਲੋਕ ਕਰਦੇ ਨੇ, ਉਹ ਸਿਰਫ ਆਪਣੇ ਇੱਕ ਮਤਲਬ ਨੂੰ ਪ੍ਰਾਪਤ ਕਰਨ ਵਾਸਤੇ ਕਰਦੇ ਨੇ ਵੀ ਮੈਨੂੰ ਸ਼ਕਤੀਆਂ ਮਿਲ ਜਾਵੇ, ਮੇਰਾ ਇਹ ਕਾਰਜ ਪੂਰਾ ਹੋ ਜਾਵੇ, ਮੇਰੀ ਇਹ ਸੁਖਣਾ ਸੁਖੀ ਹੋਈ ਪੂਰੀ ਹੋ ਜਾਵੇ, ਉਹਦੇ ਵਾਸਤੇ ਲੋਕ ਕਰਦੇ। ਇਸ ਕਰਕੇ ਉਹ ਸੱਚ ਤੋਂ ਉਰਾ ਹੀ ਹੈ, ਉਹ ਹਜੇ ਪਰਮਾਤਮਾ ਦੀ ਪ੍ਰਾਪਤੀ ਤੱਕ ਤਾਂ ਪਹੁੰਚੇ ਹੀ ਨਹੀਂ। ਹੁਣ ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕ ਦੇਵਤਿਆਂ ਦੀ ਪੂਜਾ ਕਿਉਂ ਕਰਦੇ ਨੇ? ਆਪਣਾ ਕੰਮ ਸਿੱਧ ਕਰਨ ਵਾਸਤੇ। ਉਹ ਦੇਵਤਿਆਂ ਨੂੰ ਮਨਾਉਂਦੇ ਨੇ ਵੀ ਉਹ ਕਾਰਜ ਉਹਨਾਂ ਦਾ ਪੂਰਾ ਕਰ ਦੇਣ, ਪਰ ਉਹਨੂੰ ਪਰਮਾਤਮਾ ਨਾਲ ਕੋਈ ਮਤਲਬ ਨਹੀਂ ਨਾ ਹਜੇ, ਕਿਉਂਕਿ ਪਰਮਾਤਮਾ ਨਾਲ ਜਿਹਦਾ ਸਰਬੰਧ ਬਣ ਗਿਆ, ਉਹਨੂੰ ਤਾਂ ਇਹ ਗੱਲਾਂ ਤੋਂ ਕੋਈ ਉਹਨਾਂ ਦਾ ਸਰਬੰਧ ਹੀ ਨਹੀਂ ਰਹਿ ਜਾਂਦਾ ਦੁਨੀਆ ਦਾ। ਚਾਹੇ ਉਹਦਾ ਕਾਰਜ ਪੂਰਾ ਹੋਵੇ ਨਾ ਪੂਰਾ ਹੋਵੇ, ਚਾਹੇ ਉਹਦੇ ਕੋਲ ਕੁਝ ਹੋਵੇ ਨਾ ਹੋਵੇ, ਉਹਨਾਂ ਨੂੰ ਕੀ ਪਰਵਾਹ ਹੈ? ਕਿਉਂਕਿ ਉਹਨਾਂ ਨੇ ਤਾਂ ਸੱਚ ਪਰਮਾਤਮਾ ਨਾਲ ਜੁੜਨਾ ਹੈ ਨਾ। ਉਹਨਾਂ ਨੇ ਪ੍ਰਾਪਤ ਕੀ ਕਰਨਾ? ਪਰਮਾਤਮਾ ਦੇ ਨਾਲ ਏਕਤਾ ਪ੍ਰਾਪਤ ਕਰਨੀ ਹੈ, ਉਹਨਾਂ ਨੇ ਤਾਂ ਪਰਮਾਤਮਾ ਨੂੰ ਮਿਲਣਾ ਹੈ। ਇਸ ਕਰਕੇ ਸਾਰੇ ਕਾਰਜ ਜਿਹੜੇ ਹਨ ਸੱਚ ਤੋਂ ਉਰਾ ਹੀ ਰਹਿ ਜਾਂਦੇ ਹਨ। ਲੱਖ ਸਿਆਣਪ ਸਭਾ ਥੋੜੀ। ਕਹਿਣ ਲੱਗੇ ਦੇਖੋ ਲੱਖ ਸਿਆਣਪਾਂ ਜਿਹੜੀਆਂ ਨੇ, ਲੋਕ ਸਿਆਣਪਾਂ ਕਰਦੇ ਹਨ ਨਾ, ਭੋਲੇ ਭਾਏ ਮਿਲੇ ਰਘੁਰਾਇਆ। ਕਹਿੰਦੇ ਭੋਲੇ ਭਾਈ ਦੇ ਨਾਲ ਪਰਮਾਤਮਾ ਮਿਲਦਾ ਹੈ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਦੇਖੋ ਇੱਕ ਵਿੱਚ ਨਾਲ ਨਹੀਂ ਚੱਲਦੀ। ਲੋਕ ਸਿਆਣਪਾਂ ਵਰਤਦੇ ਨੇ। ਅੱਜ ਕੱਲ੍ਹ ਸਿੱਖੀ ਦੇ ਵਿੱਚ ਵੀ ਲੋਕ ਜਿਹੜੇ ਹਨ ਬੜੇ ਅਰਥ ਕੱਢ ਕੇ ਦੱਸਦੇ ਹਨ, ਸਿਆਣਪਾਂ ਵਰਤਦੇ ਨੇ ਕਿ ਜੀ ਇਹ ਨਹੀਂ ਹੋ ਸਕਦਾ, ਇਹ ਹੋਵੇਗਾ, ਇਹ ਨਹੀਂ ਹੋ ਸਕਦਾ, ਇਹ ਹੋਵੇਗਾ। ਇਹ ਸਾਰੀਆਂ ਗੱਲਾਂ ਝੂਠੀਆਂ ਹਨ। ਇਹ ਸਿਰਫ ਲੱਖ ਸਿਆਣਪਾਂ ਜਿਹੜਾ ਹਨ ਸਭਾ ਥੋੜੀ। ਕਹਿਣ ਲੱਗੇ ਇਸ ਕਰਕੇ ਉਹਨਾਂ ਦੀ ਅਕਲ ਥੋੜੀ ਹੁੰਦੀ ਹੈ। ਉਹ ਥੋੜੀ ਅਕਲ ਵਾਲੇ ਹਨ ਜਿਹੜੀਆਂ ਆਪਣੀਆਂ ਸਿਆਣਪਾਂ ਵਰਤਦੇ ਹਨ, ਜੋ ਗੁਰੂ ਦੀ ਮੱਤ ਨੂੰ ਪਰਾਂ ਕਰ ਦਿੰਦੇ ਹਨ। ਤੇ ਕਹਿੰਦੇ ਭਾਈ ਜੇ ਗੁਰੂ ਦੀ ਜਿਹੜੀ ਗੱਲ ਹੈ ਤੁਸੀਂ ਮੇਰੇ ਤੋਂ ਸੁਣੋ, ਮੈਂ ਤੁਹਾਨੂੰ ਦੱਸਾਂਗਾ ਵੀ ਗੁਰੂ ਦਾ ਮਤਲਬ ਕੀ ਹੈ ਗੱਲ ਕਰਨ ਦਾ। ਗੁਰੂ ਐਸਾ ਕਿਉਂ ਕਹਿੰਦਾ? ਉਹਨਾਂ ਨੇ ਗੁਰੂ ਦੀ ਗੱਲ ਨਹੀਂ ਕਰਦੇ, ਉਹ ਗੁਰੂ ਨੂੰ ਪਰੇ ਰੱਖ ਕੇ ਆਪਣੀ ਮੱਤ ਨੂੰ ਅੱਗੇ ਪ੍ਰਚਾਰਦੇ ਹਨ। ਇਸ ਕਰਕੇ ਕਹਿੰਦੇ ਸਭਾ ਥੋੜੀ। ਕਹਿਣਗੇ ਉਹਨਾਂ ਦੇ ਅੱਗੇ ਕਹਿੰਦਾ ਸਭ ਕੁਝ ਥੋੜੇ ਹੀ ਥੋੜਾ ਹੈ। ਉਹਨਾਂ ਦਾ ਜਿਹੜਾ ਹਨ ਸਭ ਕੁਝ ਥੋੜ੍ਹਾ, ਕਿਉਂਕਿ ਸਿਆਣਪ ਦੇ ਵਿੱਚ ਅਲਟੀਮੇਟ ਨਹੀਂ ਪ੍ਰਾਪਤ ਹੁੰਦਾ। ਸਿਆਣਪ ਦੇ ਵਿੱਚ ਉਨਾ ਹੀ ਪ੍ਰਾਪਤ ਹੋਊਗਾ
ਜਿੰਨਾ ਤੁਹਾਡੀ ਸਮਝ ਵਿੱਚ ਪੈ ਗਿਆ। ਜਿੰਨਾ ਤੁਹਾਡੇ ਕੋਲ ਹੈ ਉਨਾ ਹੀ ਤੁਹਾਡੇ ਕੋਲ ਹੈ, ਕਿਉਂਕਿ ਅਲਟੀਮੇਟ ਵਿੱਚ ਜਾਣ ਵਾਸਤੇ, ਬੇਅੰਤਤਾ ਵਿੱਚ ਜਾਣ ਵਾਸਤੇ ਸੱਚ ਨਾਲ ਜੁੜਨਾ ਪਵੇਗਾ। ਤਾਂ ਹੀ ਤਾਂ ਆਪਾਂ ਨੂੰ ਆਊਟ ਆਫ ਬਾਕਸ ਦੀ ਜਿਹੜੀ ਗੱਲ ਹੁੰਦੀ ਹੈ ਤਾਂ ਹੀ ਤਾਂ ਹੋਵੇਗੀ, ਨਹੀਂ ਤਾਂ ਬੰਦਾ ਬਾਕਸ ਵਿੱਚ ਹੀ ਫਸਿਆ ਰਹੇਗਾ, ਆਪਣੀ ਸਿਆਣ ਵਿੱਚ ਫਸਿਆ ਰਹਿੰਦਾ ਹੈ। ਉੱਪਰ ਸੱਚ ਅਚਾਰ ਚਮੋੜੀ। ਹਾਂ, ਕਹਿਣਗੇ ਉੱਪਰ ਸੱਚ, ਕਹਿਣਗੇ ਉੱਪਰ ਜਿਹੜਾ ਸਭ ਤੋਂ ਉੱਤੇ ਸੱਚ ਹੈ। ਸੱਚ ਕੀ ਆ? ਪਰਮਾਤਮਾ। ਸੱਚ ਕੀ ਆ? ਪਰਮਾਤਮਾ ਦੀ ਪ੍ਰਾਪਤੀ। ਜੇ ਸੱਚ ਲੈਣਾ ਤਾਂ ਗੁਰੂ ਹੀ ਦੱਸੇਗਾ ਨਾ, ਕਿਉਂਕਿ ਗੁਰੂ ਤੋਂ ਬਗੈਰ ਸੱਚ ਤੱਕ ਕੋਈ ਪਹੁੰਚਾ ਨਹੀਂ ਸਕਦਾ। ਸੱਚ ਨਾਲ, ਸੱਚ ਤੋਂ ਬਿਨਾਂ ਤਾਂ ਪ੍ਰਾਪਤੀ ਹੋ ਨਹੀਂ ਸਕਦੀ, ਤੇ ਸੱਚ ਸਿਰਫ ਪਰਮਾਤਮਾ ਹੀ ਦੱਸੇਗਾ, ਕਿਉਂਕਿ ਪਰਮਾਤਮਾ ਦਾ ਸਰੂਪ ਗੁਰੂ ਨਾਨਕ ਹੈ। ਇਸ ਕਰਕੇ ਉੱਪਰ ਸੱਚ, ਕਹਿਣਗੇ ਉੱਪਰ ਸੱਚ, ਸਾਰੇ ਕਰਮਾਂ ਤੋਂ ਉੱਤੇ ਸੱਚ ਹੈ। ਬਸ ਸੱਚ ਤੋਂ ਜਿਹੜਾ ਓਲੇ ਹੀ ਔਰੇ ਹੀ ਹੈ ਸਭ ਕੁਝ। ਤੇ ਇਸ ਕਰਕੇ ਕਹਿੰਦੇ ਜਿੰਨੇ ਵੀ ਕਰਮ ਆਚਾਰ ਹਨ, ਕਹਿਣਗੇ ਇਹ ਤਾਂ ਸਿਰਫ ਇੱਕ ਜਿਹੜਾ ਹਨ, ਜਿਹੜਾ ਉੱਪਰ ਚੜ੍ਹਨਾ ਉਤਰਨਾ, ਇਹ ਤਾਂ ਸਾਰਾ ਫਿਰ ਕਰਮਾਂ ਦੇ ਵਿੱਚ ਬੰਦਾ ਫਸ ਜਾਂਦਾ ਹੈ। ਇਸ ਕਰਕੇ ਸਾਰੇ ਕਰਮਾਂ ਦੇ ਉੱਪਰ ਸੱਚ ਹੈ ਜਿਹੜਾ ਹੈ। ਜਿਵੇਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਸੰਜਮ ਸਹਿਸ ਸਿਆਣਪਾ ਪਿਆਰੇ, ਇੱਕ ਨਾ ਚੱਲੀ ਨਾਲ। ਸੋ ਕਹਿੰਦੇ ਇੱਕ ਵੀ ਨਾਲ ਨਹੀਂ ਚੱਲਦੀ, ਕਹਿੰਦੇ ਸਾਰੇ ਉਰੇ ਹੀ ਰਹਿ ਜਾਂਦੇ ਨੇ, ਕਿਉਂਕਿ ਸੱਚ ਜਿਹੜਾ ਹੈ ਉਹ ਪਰਮਾਤਮਾ ਆਪ ਹੈ। ਸਿਆਣਪਾਂ ਨਹੀਂ ਕੰਮ ਕਰਦੀਆਂ। ਸਿਆਣਪਾਂ ਤਾਂ ਬੰਦੇ ਦੀ ਆਪਣੀ ਇੰਟੈਲੀਜੈਂਟ ਹੈ, ਬੰਦਾ ਆਪਣੇ ਹਿਸਾਬ ਨਾਲ ਚੱਲਦਾ ਹੈ। ਤੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇਹ ਜਿਹੜਾ ਹਨ ਬੰਦੇ ਨੂੰ ਲੱਗਦਾ ਵੀ ਮੈਂ ਇਹ ਕਰਦਾ ਉਹ ਕਰਦਾ, ਹਰ ਇੱਕ ਬੰਦਾ ਆਪਣੇ ਆਪ ਨੂੰ ਸੈਟੀਸਫਾਈ ਕਰ ਰਿਹਾ ਅੱਜ। ਜਿਵੇਂ ਦੇਖੋ ਸਿੱਖਾਂ ਨੇ ਜਿਹੜਾ ਹਨ, ਸਿੱਖਾਂ ਦੇ ਵਿੱਚ ਅੰਮ੍ਰਿਤ ਛਕਣ ਦੀ ਜਿਹੜੀ ਉਤਸ਼ਾਹ ਹੁੰਦਾ ਹੈ, ਕਹਿੰਦੇ ਕਿੰਨਾ ਕੁ ਹੈ। ਲੋਕ ਕਹਿੰਦੇ ਜੀ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੈਂ ਰੋਜ਼ ਗੁਰਦੁਆਰੇ ਜਾਂਦਾ ਹਾਂ, ਮੈਂ ਸੇਵਾ ਕਰ ਲਾਂ। ਦੇਖੋ ਉਹ ਵੀ ਉਹਨੇ ਇੱਕ ਕਰਮ ਬਣਾ ਲਿਆ ਆਪਣਾ। ਉਹਨੇ ਗੁਰੂ ਦੀ ਗੱਲ ਮੰਨਣੀ ਜ਼ਰੂਰੀ ਨਾ ਸਮਝੀ ਵੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ, ਜੋ ਗੁਰੂ ਕਹਿੰਦਾ ਉਹ ਕਰਨਾ ਚਾਹੀਦਾ ਹੈ। ਉਹਨੇ ਸਿਆਣਪ ਇਹ ਵਰਤੀ, ਕੋਈ ਨਹੀਂ, ਨੈਵਰ ਮਾਈਂਡ, ਨੋ ਆਈ ਗੋ ਟੂ ਗੁਰਦੁਆਰਾ, ਆਈ ਡੋਂਟ ਡੂ ਐਨੀਥਿੰਗ ਬੈਡ, ਐਂਡ ਇਨ ਮਾਈ ਹਾਰਟ ਆਈ ਥਿੰਕ ਅਬਾਊਟ ਗੁੱਡ ਥਿੰਗਸ। ਕਹਿੰਦੇ ਵੀ ਮੈਂ ਆਪਣੇ ਦਿਲ 'ਚ ਜਿਹੜਾ ਹਨ ਚੰਗਾ ਲੋਕਾਂ ਦਾ ਸੋਚ, ਮੈਂ ਕਿਹੜੇ ਕਿਸੇ ਦਾ ਬੁਰਾ ਕਰਦਾ, ਮੈਨੂੰ ਕੀ ਲੋੜ ਆ ਕੇਸ ਰੱਖਣ ਦੀ, ਮੈਨੂੰ ਕੀ ਲੋੜ ਆ ਕਿਰਪਾਨ ਪਾਉਣ ਦੀ। ਪਰ ਦੇਖੋ ਸਿਆਣਪ ਹੋ ਗਈ ਨਾ, ਇਹ ਸਿਆਣਪ ਆ ਨਾ। ਜੇ ਗੁਰੂ ਦੀ ਗੱਲ ਮੰਨਣੀ ਹੈ ਤਾਂ ਅੰਮ੍ਰਿਤ ਛਕਣਾ ਹੈ। ਹੁਣ ਉਹਦੇ ਵਿੱਚ ਜੋ ਗੁਰੂ ਕਹਿੰਦਾ ਉਹ ਕਰਨਾ ਹੈ। ਹੁਣ ਜਿਹੜਾ ਬੰਦਾ ਸਿਆਣਪ ਵਰਤਾ ਉਹੀ ਗੱਲਾਂ ਕਰੇਗਾ। ਕਹਿੰਦਾ ਵੀ ਜਿਹੜਾ ਹਨ ਮੇਰਾ ਦਿਲ ਸਾਫ ਆ ਜੀ, ਯੂ ਨੋ ਵਾਈ ਆਈ ਮਸਟ ਟਾਈ ਟਰਬਨ, ਇਫ ਟਾਈਂਗ ਟਰਬਨ ਕੀਪਿੰਗ ਹੈਡ ਡਜ਼ਨਟ ਮੇਕ ਮੀ ਮੋਰ ਜਿਹੜਾ ਹਨ ਪਿਓਰਰ ਦੈਨ ਅਦਰਸ, ਡੋਂਟ ਮੇਕ ਮੀ ਬੈਟਰ ਦੈਨ ਅਦਰਸ। ਇਹ ਜਿਹੀਆਂ ਗੱਲਾਂ ਲੋਕ ਕਰਦੇ ਹਨ। ਦੇਖੋ ਇਹ ਸਾਰੀਆਂ ਗੱਲਾਂ ਹੀ ਹਨ ਜਿਹੜੀਆਂ ਮਨਮੁਖਤਾ ਨੂੰ ਲੈ ਕੇ ਜਾਂਦੀਆਂ ਹਨ। ਇਹ ਸਾਰੀ ਮਨਮੁਖਤਾ ਹੈ। ਐਸੀਆਂ ਗੱਲਾਂ ਕਰਨ ਵਾਲੇ ਕਿਤੇ ਨਹੀਂ ਪਹੁੰਚਦੇ, ਕਿਉਂਕਿ ਇੱਥੇ ਗੱਲ ਭਾਈ ਗੁਰਦਾਸ ਜੀ ਦੱਸੀ ਹੈ, ਗੁਰੂ ਦੀ ਗੱਲ ਮੰਨੋ ਬਸ। ਇਹ ਗੱਲਾਂ ਨਾ ਕਰੋ ਤੁਸੀਂ, ਇਹ ਤਾਂ ਸਿਆਣਪਾਂ ਨੇ। ਚੋਰ ਵੀ ਕਹਿੰਦਾ ਮੈਂ ਚੋਰੀ ਕਿਉਂ ਕੀਤੀ ਹੈ, ਉਹ ਵੀ ਜਸਟੀਫਿਕੇਸ਼ਨ ਦਿੰਦਾ ਹੈ। ਮਾਰਨ ਵਾਲਾ ਬੰਦਾ, ਜ਼ੁਲਮ ਕਰਨ ਵਾਲਾ ਵੀ ਦਿੰਦਾ ਹੈ ਜੀ ਆਪਣਾ। ਹੁਣ ਔਰੰਗਜ਼ੇਬ ਨੂੰ ਕੋਈ ਜਾ ਕੇ ਪੁੱਛੇ, ਉਹ ਵੀ ਜਸਟੀਫਾਈ ਕਰੇਗਾ, ਦੇਖੋ ਮੈਂ ਆਪਣੇ ਧਰਮ ਦਾ ਪ੍ਰਚਾਰ ਕੀਤਾ, ਮੈਂ ਇਹ ਕੀਤਾ। ਪਰ ਉਹ ਸੱਚ ਸੀ, ਆਪਾਂ ਮੰਨ ਲਈਏ ਉਹ ਗੱਲ ਨੂੰ। ਉਹ ਸਿਆਣਪ ਸੀ ਨਾ ਉਹਦੀ, ਉਹਨੇ ਆਪਣੀਆਂ ਸਿਆਣਪਾਂ ਵਰਤੀਆਂ। ਪਰ ਅਸਲ ਵਿੱਚ ਕੀ ਹੋਇਆ, ਉਹਨੇ ਜਿਹੜਾ ਹਨ ਮਨੁੱਖਤਾ ਨੂੰ ਜ਼ੁਲਮ ਕੀਤੇ। ਜਿਹੜੇ ਖੁਦਾ ਨੂੰ ਮੰਨਦਾ ਉਹ ਦੁਨੀਆ ਦੀ ਖਲਕਤ ਨੂੰ ਹੀ ਖਤਮ ਕਰਨ ਤੇ ਤੁਰਿਆ ਹੋਇਆ ਸੀ। ਕਿੰਨੇ ਉਹਨੇ ਜ਼ੁਲਮ ਕੀਤੇ ਉਹਦੇ ਵਿੱਚ, ਤੇ ਫਿਰ ਵੀ ਉਹ ਆਪਣੇ ਆਪ ਨੂੰ ਸੱਚਾ ਕਹਿੰਦਾ ਸੀ। ਦੇਖੋ ਇਸੇ ਗੱਲ ਹੈ, ਐਸੀਆਂ ਗੱਲਾਂ ਹਨ ਭਾਈ, ਇਹ ਗੱਲਾਂ ਵਿੱਚ ਨਹੀਂ ਪੈਣਾ ਚਾਹੀਦਾ। ਜਿਹੜੀ ਵੀ ਗੱਲ ਹੈ ਗੁਰੂ ਮਹਾਰਾਜ ਨੇ ਜੋ ਕਿਹਾ ਉਹ ਕਰੋ। ਇਹ ਗੱਲਾਂ ਨਾ ਕਰੋ ਵੀ ਇਹ ਹੋ ਜਾਊਗਾ ਜੀ, ਇਹ ਕਰ ਲੈਂਦੇ ਆ, ਨਹੀਂ ਨਹੀਂ ਨਹੀਂ, ਗੁਰੂ ਨੇ ਇਹ ਨਹੀਂ ਕਿਹਾ, ਗੁਰੂ ਨੇ ਇਹ ਕਿਹਾ ਸੀਗਾ, ਗੁਰੂ ਨੇ ਉਹ ਕਿਹਾ ਸੀਗਾ। ਇਹ ਗੱਲਾਂ ਛੱਡੋ। ਗੁਰੂ ਦੀ ਗੱਲ ਡਾਇਰੈਕਟਲੀ ਵਰਡ ਟੂ ਵਰਡ ਮੰਨੋ, ਉਹੀ ਹੋਣਾ ਹੈ। ਉਹਦੇ ਨਾਲ ਆਪਣਾ ਭਲਾ ਹੋਣਾ ਹੈ। ਇਹ ਜਿਹੜੀਆਂ ਬਕਵਾਸ ਲੋਕ ਕਰਦੇ ਆ ਨਾ, ਇਹ ਕਰੀ ਜਾਣਾ, ਮਾਈ ਹਾਰਟ ਇਜ਼ ਕਲੀਨ, ਦਿਸ ਐਂਡ ਦੈਟ, ਆਈ ਡੋਂਟ ਡੂ ਬੈਡ, ਦਿਸ ਵਨ ਦੈਟ ਵਨ। ਆ ਪੱਗਾਂ ਵਾਲੇ ਕੀ ਕਰਦੇ, ਇਹ ਵੀ ਕਿਹੜੇ ਚੰਗੇ ਨੇ। ਦੇਖੋ ਇਹ ਵੀ ਸਿਆਣਪ ਹੋ ਗਈ। ਹਾਂਜੀ, ਦੇਖੋ ਕਿਵੇਂ ਉਹ ਜਸਟੀਫਾਈ ਕਰਦੇ ਆਪਣੇ ਆਪ ਨੂੰ, ਆਪਣੀਆਂ ਗਲਤੀਆਂ ਨੂੰ। ਪੀਣ ਵਾਲੇ ਕਹਿੰਦੇ ਹਾਂ ਮੈਂ ਪੀਂਦਾ ਹਾਂ, ਮੈਂ ਕਿਹੜੇ ਕਿਸੇ ਦਾ ਵਿਗਾੜਦਾ ਹਾਂ, ਇਹ ਆ ਜੀ ਉਹ ਆ। ਦੇਖੋ ਇਹ ਸਿਆਣਪਾਂ ਹੀ ਹੋਈਆਂ ਨਾ। ਗੁਰੂ ਦੀ ਗੱਲ ਮੰਨਦੇ ਤਾਂ ਇਹ ਗੱਲਾਂ ਨਹੀਂ ਕਰਨੀਆਂ ਸੀ, ਗੁਰੂ ਦੀ ਰਜ਼ਾ ਵਿੱਚ ਰਹਿਣਾ ਸੀ, ਗੁਰੂ ਦੇ ਹੁਕਮ ਵਿੱਚ ਰਹਿਣਾ ਸੀ। ਸੋ ਇਹੀ ਭਾਈ ਗੁਰਦਾਸ ਨੇ ਆਪਾਂ ਨੂੰ ਸਿੱਖਿਆ ਦਿੱਤੀ ਹੈ। ਸੱਚੋ ਔਰੈ ਸਭ ਕਿਹੋ, ਲੱਖ ਸਿਆਣਪ ਸਭਾ ਥੋੜੀ, ਉੱਪਰ ਸੱਚ ਅਚਾਰ ਚਮੋੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।